ਅੱਜ ਪੰਜਾਬ ਦਾ ਹਰ ਵਰਗ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਆਉਣ ਦੇ ਲਈ ਮਜਬੂਰ ਹੈ। ਭਾਵੇਂ ਉਹ ਕੱਚੇ ਅਧਿਆਪਕ ਹੋਣ, ਆਸ਼ਾ ਵਰਕਰ ਹੋਣ, ਹੈਲਥ ਵਰਕਰ ਹੋਣ, ਸੂਬੇ ਦੇ ਬੇਰੋਜ਼ਗਾਰ ਨੌਜਵਾਨ ਹੋਣ, ਹਰ ਕੋਈ ਸਰਕਾਰ ਤੋਂ ਖਫਾ ਹੈ, ਸੜਕਾਂ ਤੇ ਆਉਣ ਦੇ ਲਈ ਮਜਬੂਰ ਹੈ, ਧਰਨੇ ਲਾਉਣ ਦੇ ਲਈ ਮਜਬੂਰ ਹੈ। ਅਜਿਹੇ ਚ ਪੀਆਰਟੀਸੀ ਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਵੀ ਸਰਕਾਰ ਦੇ ਖਿਲਾਫ ਅਣਮਿੱਥੇ ਸਮੇਂ ਦੇ ਲਈ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਦੀ ਵੱਖੋ-ਵੱਖ ਤਸਵੀਰਾਂ ਸੂਬੇ ਭਰ ਚੋਂ ਨਿਕਲ ਕੇ ਸਾਹਮਣੇ ਆਈਆਂ ਨੇ। ਰਿਪੋਰਟ ਵੇਖੋ। मुर्दाबाद 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 ट्रांसपोर्ट मंत्री पंजाब सरकार की कैबिनेट ने 36,000 इंपलाइज ਨੂੰ ਪੱਕੇ ਕਰਨ ਦਾ फैसला किया है। बस 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 लीडर साहब रुक जाओ। ਐਲਾਨਜੀਤ ਸਾਹਿਬ ਦੇ ਐਲਾਨਾਂ ਨੂੰ ਇੱਥੇ ਰੋਕ ਦਿਓ, ਹੋਰ ਨਹੀਂ ਸੁਣੇ ਜਾਂਦੇ, ਕਿਉਂਕਿ ਸੂਬੇ ਦੀ ਜਨਤਾ ਚੰਨੀ ਸਾਹਿਬ ਦੇ ਐਲਾਨਾਂ ਨੂੰ ਹੋਰ ਨਹੀਂ ਸੁਣ ਸਕਦੀ। ਜਨਤਾ ਤੁਹਾਡੇ ਤੋਂ ਜਵਾਬ ਮੰਗ ਰਹੀ ਹੈ। ਚੰਨੀ ਸਾਹਿਬ, ਕਿਹੜੇ 36,000 ਮੁਲਾਜ਼ਮਾਂ ਨੂੰ ਪੱਕੇ ਕੀਤਾ ਤੁਸੀਂ? ਕਿੱਥੇ ਆ ਉਹਨਾਂ ਦੀ ਲਿਸਟ? ਕਿਹੜੇ ਵਿਭਾਗ ਦੇ ਨੇ? ਜ਼ਰਾ ਉਹਨਾਂ ਦੇ ਨਾਮ ਤਾਂ ਦੱਸੋ। ਆਖਰ ਉਹ ਸ਼ਖਸੀਅਤਾਂ ਹੈ ਕੌਣ? ਸਾਨੂੰ ਵੀ ਤਾਂ ਪਤਾ ਲੱਗੇ, ਕਿਉਂਕਿ ਪੰਜਾਬ ਦਾ ਹਰ ਵਰਗ, हर महकमे के लोग सड़कों से अपने हकों के लिए संघर्ष कर रहे हैं। शायद इन्हों की सार लैन वाला कोई भी नहीं। पहला कैप्टन साहब तो हुण नवे बने मुख्य मंत्री चन्नी साहब इन्हां प्रदर्शनकारियों के संघर्ष को अखों परोखे कर रहे हैं। जी हाँ, हर वर्ग के लोग, भावें कच्चे अध्यापक होण, भावें डॉक्टर, भावें आशा वर्कर, जां फिर पंजाब रोडवेज, पनबस ते पीआरटीसी के कच्चे मुलाजम, हर कोई सरकार की बेरुखी का शिकार होया पिया। सरकार दे अवेसलेपण दा डसिया होया धरने लाउण नूं मजबूर है। वेख लो की बने पए ने सूबे दे हालात। संघर्ष दीआं तस्वीरां तो शायद चन्नी सरकार नूं कोई बहुता फर्क नहीं पैंदा, पर लोग लगातार डटे हुए ने, जद्दोजहद कर रहे हैं अपने हकों के लिए। यही वजह है कि मंगलवार यानी कि 7 दिसंबर को पनबस ते पीआरटीसी के कच्चे मुलाजम पक्के ना करन दे रोष वजों अणमिथे समय के लिए ਚੱਕਾ ਜਾਮ ਕਰਕੇ ਸੁੱਤੀ ਹੋਈ ਪੰਜਾਬ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰਨ ਲੱਗ ਪਏ। ਲਓ ਵੇਖ ਲਓ ਇਹਨਾਂ ਮੁਲਾਜ਼ਮਾਂ ਦਾ ਜੋਸ਼। ਪੰਜਾਬ ਸਰਕਾਰ ਕਰਦੀ ਕੀ ਮੇਰੀ ਸ਼ਾਨ ਹੋਗੀ। ਸੂਬੇ ਭਰ ਚੋਂ ਨਿਕਲ ਕੇ ਸਾਹਮਣੇ ਆਈਆਂ ਤਸਵੀਰਾਂ ਕੱਚੇ ਮੁਲਾਜ਼ਮਾਂ ਦੇ ਦਰਦ ਨੂੰ ਸਾਫ਼ ਬਿਆਨ ਕਰ ਰਹੀਆਂ ਨੇ, ਉਹਨਾਂ ਦੇ ਰੋਸ ਤੇ ਆਪਣੇ ਹੱਕ ਲੈਣ ਦੇ ਜੋਸ਼ ਨੂੰ ਉਜਾਗਰ ਕਰ ਰਹੀਆਂ ਨੇ। ਪਤਾ ਨਹੀਂ ਸਰਕਾਰ ਦੀਆਂ ਅੱਖਾਂ ਤੇ ਕਿਹੜੀ ਪੱਟੀ ਬੰਨੀ ਪਈ ਹੈ ਜੋ ਇਹ ਸਭ ਵਿਖਾਈ ਨਹੀਂ ਦਿੰਦੀ। ਠੇਕੇਦਾਰੀ ਸਿਸਟਮ ਬੰਦ ਕਰੋ। ਇਹ ਤਸਵੀਰਾਂ ਨੇ ਪੰਜਾਬ ਦੇ ਜਲੰਧਰ, ਪਟਿਆਲਾ, ਸਮਾਣਾ, ਸ੍ਰੀ ਮੁਕਤਸਰ ਸਾਹਿਬ ਅਤੇ ਹੁਸ਼ਿਆਰਪੁਰ ਦੀਆਂ, ਜਿੱਥੇ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੂੰ ਜੰਮ ਕੇ ਲਾਂਤਾਂ ਪਾਈਆਂ ਜਾ ਰਹੀਆਂ ਨੇ। ਪੀਆਰਟੀਸੀ ਅਤੇ ਪਨਬਸ ਦਾ ਚੱਕਾ ਅਣਮਿੱਥੇ ਸਮੇਂ ਲਈ ਜਾਮ। ਤਸਵੀਰਾਂ ਦਿਖਾ ਰਹੇ ਹਾਂ ਹੁਸ਼ਿਆਰਪੁਰ ਦੀਆਂ, ਜਿੱਥੇ ਕਿ ਪੀਆਰਟੀਸੀ ਅਤੇ ਪਨਬਸ ਦੇ ਡਿਪੂ ਦੇ ਬਾਹਰ ਕੱਚੇ ਕਾਮਿਆਂ ਵੱਲੋਂ ਹੁਣ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਵੱਡਾ ਰੋਸ਼ ਦੇਖਣ ਨੂੰ ਮਿਲ ਰਿਹਾ ਹੈ। ਦਰੀਆਂ ਵਿਛਾ ਕੇ ਬੈਠੇ ਇਹ ਮੁਲਾਜ਼ਮ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇਹਨਾਂ ਦਾ ਰੋਸ਼ ਇਸ ਹੱਦ ਤੱਕ ਵੱਧ ਗਿਆ ਹੈ ਕਿ ਹੁਣ ਅਣਮਿੱਥੇ ਸਮੇਂ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਟਰਾਂਸਪੋਰਟ ਮੰਤਰੀ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ, ਹੱਕੀ ਮੰਗਾਂ ਨੇ, ਉਹਨਾਂ ਨੂੰ ਅਸੀਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਹੱਲ ਕਰਾਂਗੇ। ਇਹਨਾਂ ਨੇ ਹੱਲ ਨਹੀਂ ਕੀਤਾ। ਫਿਰ ਸਾਡੇ ਨਾਲ ਫਿਰ ਇਹਨਾਂ ਦੀ 22 ਤਰੀਕ ਨੂੰ ਮੀਟਿੰਗ ਹੋਈ। ਇਹਨਾਂ ਨੇ ਸਾਨੂੰ ਕਿਹਾ ਵੀ 7 ਦਿਨ ਦਾ ਸਮਾਂ ਦਿਓ। ਅਸੀਂ 14 ਦਿਨ ਲੰਘਾਤੇ। 14 ਦਿਨਾਂ ਤੋਂ ਬਾਅਦ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਜਿਹੜੀ ਕੀਤੀ ਉਹਦੇ ਵਿੱਚ ਵੀ ਸਾਡਾ ਜ਼ਿਕਰ ਨਹੀਂ ਕੀਤਾ, ਤੇ ਜਿਹੜੇ 36,000 ਮੁਲਾਜ਼ਮ ਇਹਨਾਂ ਨੇ ਗੱਲ ਕੀਤੀ ਉਹਦੇ ਵਿੱਚ ਵੀ ਸਾਡਾ ਜ਼ਿਕਰ ਨਹੀਂ ਕੀਤਾ। ਇਹ ਸਰਕਾਰ ਨੇ ਮਜਬੂਰ ਕੀਤਾ ਸਾਨੂੰ ਹੜਤਾਲ ਕਰਨ ਤੇ, ਕਿਉਂਕਿ ਜੇ ਸਰਕਾਰ ਚਾਹੁੰਦੀ ਆਮ ਪਬਲਿਕ ਦੀ ਜਿਹੜੀ ਖੱਜਲ ਖਵਾਰੀ ਨਾ ਹੋਵੇ ਤਾਂ ਇਹ ਜਿਹੜੀਆਂ ਸਾਡੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਲਾਗੂ ਕਰਕੇ ਤਾਂ ਜਿਹੜੀ ਹੜਤਾਲ ਹੈ ਪੋਸਟਪੋਨ ਕਰਾ ਸਕਦੀ ਸੀ। ਜਿੰਨਾ ਚਿਰ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਜਿਹੜੀ ਇਹ ਹੜਤਾਲ ਉਹ ਨਹੀਂ ਖੋਲਾਂਗੇ। ਦੇਖੋ ਜੀ, ਧਰਨਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਲਾਉਂਦੇ ਆ ਰਹੇ ਹਾਂ, ਧਰਨੇ ਮੁਜ਼ਾਹਰੇ ਵੀ ਕਰਦੇ ਆ ਰਹੇ ਹਾਂ ਤੇ ਸਰਕਾਰ ਵੱਲੋਂ ਸਾਨੂੰ ਮੀਟਿੰਗ ਦਿੱਤੀ ਜਾਂਦੀ ਹੈ। ਮੀਟਿੰਗ ਦੇ ਵਿੱਚ ਭਰੋਸਾ ਦਿੱਤਾ ਜਾਂਦਾ ਵੀ ਤੁਹਾਡਾ ਇੰਨੇ ਸਮੇਂ ਦੇ ਵਿੱਚ ਅਸੀਂ ਹੱਲ ਕਰਾਂਗੇ। ਉਹ ਸਮਾਂ ਬੀਤ ਜਾਣ ਦੇ ਬਾਅਦ ਸਾਨੂੰ ਮਜਬੂਰ ਹੋ ਕੇ ਦੁਬਾਰਾ ਫੇਰ ਧਰਨਿਆਂ ਦੇ ਆਉਣਾ ਪੈਂਦਾ ਜੀ। ਇਹ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਵਜਿੱਦ ਨੇ, ਅੜੇ ਹੋਏ ਨੇ, ਸਰਕਾਰ ਦੇ ਝੂਠੇ ਦਾਅਵਿਆਂ ਦੀ ਪੋਲ ਖੋਲ ਰਹੇ ਨੇ, ਰਾਜਾ ਵੜਿੰਗ ਸਾਹਿਬ ਨੂੰ ਕੋਸ ਰਹੇ ਨੇ ਤੇ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚੇਤਾਵਨੀ ਦੇ ਰਹੇ ਨੇ। ਨਾਲ ਹੀ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਇਹ ਵੀ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਰਕਾਰ ਨੂੰ ਇਸ ਦਾ ਹਰਜਾਨਾ ਜ਼ਰੂਰ ਭੁਗਤਣਾ ਪਵੇਗਾ। ਮੰਗਾਂ ਉਹੀ ਚਿਰ ਤੋਂ ਲੜਕਦੀਆਂ ਆ ਰਹੀਆਂ, ਰੈਗੂਲਰ ਦੀ ਮੰਗ ਹੈ
ਪਣ ਬੱਸ ਤੇ PRTC ਦੇ ਮੁਲਾਜ਼ਮ ਨੂੰ ਰੈਗੂਲਰ ਕੀਤਾ ਜਾਵੇ। ਸਰਕਾਰੀ ਜਿਹੜੀ 10,000 ਨਵੀਂ ਬੱਸ ਪਾਈ ਜਾਵੇ। ਬਰਾਬਰ ਕੰਮ ਬਰਾਬਰ ਤਨਖਾਹ ਦਾ 2016 ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸੀ, ਉਹਨੂੰ ਲਾਗੂ ਕਰਿਆ ਜਾਵੇ। ਇਹਨਾਂ ਮੰਗਾਂ ਨੂੰ ਲੈ ਕੇ ਜਿਹੜੀ ਹੜਤਾਲ ਹੈ ਅੱਜ ਤੋਂ ਅਣਮਿੱਥੇ ਸਮੇਂ ਤੋਂ ਸ਼ੁਰੂ ਹੋ ਚੁੱਕੀ ਹੈ। ਅਣਮਿੱਥੇ ਸਮੇਂ ਵਾਸਤੇ ਸ਼ੁਰੂ ਹੈ ਜੀ। ਕੱਲ੍ਹ ਦਾ ਜਿਹੜਾ ਪ੍ਰੋਗਰਾਮ ਆ ਉਹ ਸਾਡਾ ਚੰਨੀ ਜੀ ਦੀ ਰਿਹਾਇਸ਼ ਦਾ ਘੇਰਨ ਦਾ ਪ੍ਰੋਗਰਾਮ ਆ। ਇਸ ਤੋਂ ਬਾਅਦ ਜੇ ਸਾਡੀਆਂ ਹੁਣ ਵੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਸ ਤੋਂ ਬਾਅਦ ਅਸੀਂ ਵੱਡੇ ਸੰਘਰਸ਼ ਲੀਕ ਕੇ ਜਿਹੜੀਆਂ ਕੋਈ ਕਿਸਾਨ ਜਥੇਬੰਦੀਆਂ ਜਾਂ ਹੋਰ ਭਰਾਤਰੀ ਜਥੇਬੰਦੀਆਂ ਨੇ ਉਹਨਾਂ ਦਾ ਸੰਯੋਗ ਨਾਲ ਲੈ ਕੇ ਫਿਰ ਵੱਡੇ ਤੋਂ ਵੱਡੇ ਜਿਹੜੇ ਸੰਘਰਸ਼ ਆ ਅਸੀਂ ਆਪਦੇ ਪੱਧਰ ਤੇ ਲਿਖ ਕੇ ਜਾਣਗੇ। ਸੁਣ ਲਓ ਰਾਜਾ ਵੜਿੰਗ ਸਾਹਿਬ, ਤੁਹਾਡੇ ਆਪਣੇ ਹਲਕੇ ਦੇ ਲੋਕ ਨੇ ਤਾਂ ਇਹਨਾਂ ਦੀ ਗੁਹਾਰ ਤਾਂ ਸੁਣ ਲਓ। ਤੁਹਾਨੂੰ ਮੰਤਰੀ ਬਣਾਇਆ ਇਹਨਾਂ ਨੇ, ਤੁਹਾਡੇ ਹੱਥ ਕਮਾਨ ਆ, ਕੁਝ ਤਾਂ ਹੱਲ ਕਰ ਦਿਓ। ਖੈਰ, ਰਾਜਾ ਵੜਿੰਗ ਸਾਹਿਬ ਕਦੋਂ ਇਹਨਾਂ ਦੀ ਸਾਰ ਲੈਣ ਗਿਆ ਤਾਂ ਪਤਾ ਨਹੀਂ, ਪਰ ਇਹਨਾਂ ਦਾ ਜੋਸ਼ ਸਾਬਤ ਕਰ ਰਿਹਾ ਹੈ ਕਿ ਪਿੱਛੇ ਨਹੀਂ ਹਟਣ ਵਾਲੇ। ਨਾਲ ਹੀ ਰਾਜਾ ਵੜਿੰਗ ਸਾਹਿਬ ਤੁਹਾਨੂੰ ਇੱਕ ਸਵਾਲ ਵੀ ਪੁੱਛ ਰਹੇ ਹਾਂ। ਤੁਸੀਂ ਨਿੱਜੀ ਬੱਸਾਂ ਤੇ ਕਾਰਵਾਈ ਕਰਕੇ ਆਪਣੀ ਪਿੱਠ ਤਾਂ ਖੁਦ ਹੀ ਥਾਪੜ ਲਈ, ਪਰ ਆਪਣੇ ਵਿਭਾਗ ਦੇ ਇਹਨਾਂ ਕੱਚੇ ਮੁਲਾਜ਼ਮਾਂ ਬਾਰੇ ਕੁਝ ਵੀ ਨਹੀਂ ਸੋਚਿਆ। ਇਹਨਾਂ ਦੀ ਸਾਰ ਆਖਰ ਕਿਉਂ ਨਹੀਂ ਲੈ ਰਹੇ? ਇਹੀ ਉਹ ਮੁਲਾਜ਼ਮ ਨੇ ਜੋ ਟਰਾਂਸਪੋਰਟ ਵਿਭਾਗ ਨੂੰ ਚਲਾ ਰਹੇ ਨੇ, ਪਰ ਜੋ ਇਹਨਾਂ ਦੇ ਮੌਜੂਦਾ ਹਾਲਾਤ ਹੋਏ ਪਏ ਨੇ ਉਹਨਾਂ ਵੱਲ ਤੁਸੀਂ ਗੌਰ ਨਹੀਂ ਕਰ ਲਏ। ਆਉਣ ਵਾਲੇ ਸਮੇਂ 'ਚ ਵੜਿੰਗ ਸਾਹਿਬ ਕਿਧਰੇ ਤੁਹਾਨੂੰ ਵੱਡਾ ਹਰਜਾਨਾ ਨਾ ਭੁਗਤਣਾ ਪੈ ਜਾਏ। ਬਿਊਰੋ ਰਿਪੋਰਟ, PTC ਨਿਊਜ਼। ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਕਰਦੇ ਹਾਂ ਤਾਰ-ਤਾਰ ਹੋਏ ਰਿਸ਼ਤਿਆਂ ਦੀ। ਗੱਲ ਕਰਦੇ ਹਾਂ ਇੱਕ ਕਤਲ ਦੀ। ਜੀ ਹਾਂ, ਛੋਟੀ ਜਿਹੀ ਗੱਲ ਪਿੱਛੇ ਇੱਕ ਚਾਚੇ ਨੇ ਆਪਣੀ ਭਤੀਜੇ ਨੂੰ ਅਜਿਹੀ ਦਰਦਨਾਕ ਮੌਤ ਦਿੱਤੀ ਕਿ ਜਿਸ ਕਿਸੇ ਨੇ ਵੀ ਇਸ ਨੌਜਵਾਨ ਦੀ ਮ੍ਰਿਤਕ ਦੇ ਵੇਖੀ ਉਸਦੀ ਚੀਕਾਂ ਹੀ ਨਿਕਲ ਗਈਆਂ, ਉਹ ਸੁੰਨ ਰਹਿ ਗਿਆ। ਆਖਿਰ ਪੂਰਾ ਮਾਮਲਾ ਕੀ ਹੈ, ਰਿਪੋਰਟ ਵੇਖੋ। ਇੱਕ ਵਾਰ ਫੇਰ ਛੋਟੀ ਜਿਹੀ ਗੱਲ ਪਿੱਛੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇੱਕ ਵਾਰ ਫੇਰ ਛੋਟੀ ਜਿਹੀ ਗੱਲ ਪਿੱਛੇ ਜ਼ਮੀਨ ਤੇ ਖੂਨ ਡੁੱਲਿਆ। ਇੱਕ ਵਾਰ ਫੇਰ ਛੋਟੀ ਜਿਹੀ ਗੱਲ ਪਿੱਛੇ ਰਿਸ਼ਤਿਆਂ ਦਾ ਕਤਲ ਹੋ ਗਿਆ। ਜੀ ਹਾਂ, ਜਿਸ ਨੌਜਵਾਨ ਦੀ ਤਸਵੀਰ ਤੁਹਾਡੀ ਸਕਰੀਨ ਤੇ ਹੈ ਉਸ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਵੀ ਕਿਸੇ ਦੁਸ਼ਮਣ ਵੱਲੋਂ ਨਹੀਂ, ਉਸ ਦੇ ਆਪਣੇ ਸਗੇ ਚਾਚੇ ਵੱਲੋਂ। ਜੀ ਹਾਂ, ਇਸ ਦੇ ਚਾਚੇ ਵੱਲੋਂ ਹੀ ਇਸ ਨੂੰ ਅਜਿਹੀ ਖੌਫਨਾਕ ਮੌਤ ਦਿੱਤੀ ਗਈ ਕਿ ਇਸ ਨੌਜਵਾਨ ਦੀ ਮ੍ਰਿਤਕ ਦੇਹ ਦੀ ਹਾਲਤ ਜਿਸ ਕਿਸੇ ਨੇ ਵੀ ਵੇਖੀ ਉਸ ਦੇ ਮੂੰਹੋਂ ਚੀਖਾਂ ਨਿਕਲ ਗਈਆਂ। ਤਸਵੀਰਾਂ ਕਿਰਤਪੁਰ ਸਾਹਿਬ ਦੇ ਪਿੰਡ ਭਰਤਗੜ੍ਹ ਤੋਂ ਨਿਕਲ ਕੇ ਸਾਹਮਣੇ ਆਈਆਂ ਨੇ, ਜਿੱਥੇ ਇੱਕ 21 ਸਾਲਾ ਨੌਜਵਾਨ ਨੂੰ ਬੇਰਹਿਮੀ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਦਰਅਸਲ ਮ੍ਰਿਤਕ ਅਮਰਜੋਤ ਆਪਣੇ ਚਾਚੇ ਨਾਲ ਰਿਹਾ ਕਰਦਾ ਸੀ। ਅਕਸਰ ਹੀ ਆਪਣੇ ਦੋਸਤਾਂ ਨੂੰ ਆਪਣੇ ਘਰ ਲੈ ਆਉਂਦਾ ਸੀ। ਇਹੀ ਗੱਲ ਉਸ ਦੇ ਚਾਚੇ ਨੂੰ ਨਾਗਵਾਰ ਗੁਜ਼ਰੀ। ਅਕਸਰ ਇਸ ਗੱਲ ਨੂੰ ਲੈ ਕੇ ਘਰ 'ਚ ਕਲੇਸ਼ ਰਹਿੰਦਾ ਸੀ। ਬੀਤੇ ਦਿਨ ਵੀ ਉਹ ਆਪਣੇ ਦੋਸਤਾਂ ਨੂੰ ਆਪਣੇ ਘਰ ਲੈ ਆਇਆ, ਜਿਸ ਤੋਂ ਬਾਅਦ ਗੁੱਸੇ 'ਚ ਆਏ ਉਸ ਦੇ ਚਾਚੇ ਨੇ ਲੋਹੇ ਦੀ ਰੋਡ ਦੇ ਨਾਲ ਉਸ ਦੇ ਸਿਰ ਤੇ ਤਾਬੜਤੋੜ ਵਾਰ ਕਰਨੇ ਸ਼ੁਰੂ ਕਰ ਦਿੱਤੇ। ਉਦੋਂ ਤੱਕ ਉਸ ਦੇ ਸਿਰ ਅਤੇ ਮੂੰਹ ਤੇ ਵਾਰ ਕਰਦਾ ਰਿਹਾ ਜਦ ਤੱਕ ਅਮਰਜੋਤ ਦੀ ਜਾਨ ਨਹੀਂ ਨਿਕਲ ਗਈ। ਇਹ ਜਿਹੜਾ ਸਰਪੰਚ ਸੁਖਦੀਪ ਸਿੰਘ ਸੀਗਾ, ਅੱਜ ਕੁਦਰਤੀ ਅਚਾਨਕ ਆਪਣੇ ਕਿਸੇ ਘਰੇਲੂ ਜ਼ਰੂਰੀ ਕੰਮ ਲਈ ਉਹਨਾਂ ਦੇ ਘਰ ਗਿਆ ਸੀਗਾ। ਜਦੋਂ ਇਹ ਘਰ ਉੱਥੇ ਐਂਟਰ ਹੋਇਆ, ਇੱਥੇ ਨੂੰ ਪਤਾ ਲੱਗਿਆ ਇਹਨੇ ਚੀਕਾਂ ਦੀ ਆਵਾਜ਼ ਸੁਣੀ ਬਈ ਇਹ ਦੌੜ ਕੇ ਕਮਰੇ 'ਚ ਗਿਆ ਤੇ ਜਿਹੜਾ ਇਹਦਾ ਚਾਚਾ ਵਿਸਾਖਾ ਸਿੰਘ, ਜਿਹਦੇ ਹੱਥ ਵਿੱਚ ਲੋਹੇ ਦੀ ਰਾੜ ਫੜੀ ਹੋਈ ਸੀ, ਉਹਦੇ ਨਾਲ ਉਹਨੂੰ ਬੁਰੀ ਤਰ੍ਹਾਂ ਕੁੱਟਮਾਰ ਕਰ ਰਿਹਾ ਸੀ। ਇਹਨਾਂ ਬਚਾਅ ਲਈ ਰੌਲਾ ਜਦੋਂ ਪਾਇਆ, ਇਹਦੀ ਜਿਹੜੀ ਚਾਚੀ ਹੈ ਕਮਲਜੀਤ ਕੌਰ, ਉਹ ਵੀ ਮੌਕੇ 'ਤੇ ਆ ਗਈ। ਉਹਨੂੰ ਫੜਨ ਲੱਗੇ ਤਾਂ ਉਹ ਜਿਹੜਾ ਰੌਡ ਲੈ ਕੇ ਇਹਦੇ ਵੱਲ ਨੂੰ ਸਿੱਧਾ ਹੋ ਗਿਆ। ਇਹਨੇ ਵੀ ਸੋਚਿਆ ਵੀ ਕਿਤੇ ਮੇਰੇ ਵੀ ਨਾ ਮਾਰੇ, ਉਹ ਸਮੇਤ ਰੌਡ ਜਿਹੜਾ ਮੌਕਾ ਤੋਂ ਭੱਜ ਗਿਆ ਸੀਗਾ। ਵਾਰਦਾਤ ਦਾ ਖੁਲਾਸਾ ਉਦੋਂ ਹੋਇਆ ਜਦੋਂ ਮ੍ਰਿਤਕ ਦਾ ਭਰਾ ਕਿਸੇ ਕੰਮ ਤੋਂ ਆਪਣੇ ਚਾਚੇ ਘਰ ਜਾ ਰਿਹਾ ਸੀ ਤਾਂ ਉਸ ਨੂੰ ਘਰ 'ਚੋਂ ਚੀਖਾਂ ਦੀਆਂ ਆਵਾਜ਼ਾਂ ਆਈਆਂ। ਜਦੋਂ ਅੰਦਰ ਗਿਆ ਤਾਂ ਉਸ ਦਾ ਚਾਚਾ ਵਿਸ਼ਾਖਾ ਸਿੰਘ ਉਸ ਦੇ ਭਰਾ ਤੇ ਵਾਰ ਕਰ ਰਿਹਾ ਸੀ। ਰੋਕਣ ਦੀ ਜਦ ਕੋਸ਼ਿਸ਼ ਕੀਤੀ ਗਈ ਤਾਂ ਮੁਲਜ਼ਮ ਨੇ ਉਸ ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸਨੇ ਭੱਜ ਕੇ ਆਪਣੀ ਜਾਨ ਬਚਾ ਲਈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮ ਫਿਲਹਾਲ ਫਰਾਰ ਦੱਸਿਆ ਜਾ ਰਿਹਾ ਹੈ। ਮੈਂ ਮੌਕਾ 'ਤੇ ਪਹੁੰਚ ਕੇ ਸਰਪੰਚ ਦੇ ਬਿਆਨ ਤੇ ਜਿਹੜਾ ਪਰਚਾ ਅੰਡਰ ਸੈਕਸ਼ਨ 302 IPC ਦਾ ਦਰਜ ਕਰਤਾ। ਦੋਸ਼ੀ ਨੂੰ ਫੜਨ ਲਈ ਜਿਹੜੀਆਂ ਮੈਂ 2-3 ਪੁਲਿਸ ਪਾਰਟੀਆਂ ਆਪਦੀਆਂ ਲਾਈਆਂ ਹੋਈਆਂ ਨੇ। ਜਿਹੜਾ ਇਹ ਦੋਸ਼ੀ ਹੈ, ਇਹ ਕਿਤੇ ਮੁੰਡੇ ਨੂੰ ਰੋਕਦਾ ਸੀ ਵੀ ਤੂੰ ਕਿਤੇ ਜਿਹੜੇ ਘਰ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਆਇਆ ਕਰ। ਅਜਿਹਾ ਕੋਈ ਕਾਰਨ ਸੀਗਾ। ਅੱਜ ਸਵੇਰੇ ਇਹਦੀ ਚਾਚੀ ਨੇ ਦੱਸਿਆ ਸਰਪੰਚ ਨੂੰ ਵੀ ਉਹਨੇ ਜਿਹੜਾ ਮੋਬਾਈਲ ਹੈ ਉਹ ਚੱਕ ਕੇ ਬਾਹਰ ਸਿੱਟਤਾ ਖਦਾਨ ਵਿੱਚ। ਉਹਨੇ ਕਿਹਾ ਵੀ ਮੁੰਡੇ ਦਾ ਤੂੰ ਮੋਬਾਈਲ ਨਾ ਸਿੱਟ, ਵੀ ਉਹ ਤੁਹਾਡੇ ਨਾਲ ਉੱਠ ਕੇ ਲੜੂਗਾ। ਤੇ ਉਹਨੇ ਵੀ ਸੁਣ ਲਿਆ। ਉਹ ਵੀ ਉੱਠਣ ਦੀ ਜਦੋਂ ਕੋਸ਼ਿਸ਼ ਕੀਤੀ, ਇੰਨੀ ਕੁ ਗੱਲ ਤੋਂ ਇਹਨਾਂ ਉੱਥੇ ਜਿਹੜਾ ਉਹਦੇ ਕੋਲ ਪਿਆ ਸੀ ਭੂਕਣਾ ਟਾਈਪ ਇੱਕ ਲੋਹੇ ਦੀ ਰੋਡ, ਪਾਈਪ ਸੀਗੀ, ਰੋਡ ਨਹੀਂ ਸੀ ਪਾਈਪ ਸੀਗੀ,
ਉਹਦੇ ਨਾਲ ਉਹਨੇ ਬੁਰੀ ਤਰ੍ਹਾਂ ਸੱਟਾਂ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰਿਆ। ਤਾਂ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਦੱਸੋ ਫਿਰ ਕੀ ਸਮਝੀਏ, ਕੀ ਕਹੀਏ? ਆਖਰ ਲੋਕਾਂ ਦੀ ਸੋਚ ਨੂੰ ਹੁੰਦਾ ਕੀ ਜਾ ਰਿਹਾ ਹੈ? ਕਿਉਂ ਲੋਕ ਛੋਟੀ ਜੀ ਗੱਲ ਪਿੱਛੇ ਆਪਣਿਆਂ ਦੇ ਹੀ ਜਾਨ ਦੇ ਦੁਸ਼ਮਣ ਬਣ ਜਾਂਦੇ ਨੇ, ਗੁੱਸੇ 'ਚ ਆਪਣਾ ਆਪਾ ਖੋ ਬੈਠਦੇ ਨੇ ਤੇ ਕਾਤਲ ਬਣ ਬੈਠਦੇ ਨੇ? ਪੀਟੀਸੀ ਨਿਊਜ਼ ਲਈ ਕਿਰਤਪੁਰ ਸਾਹਿਬ ਤੋਂ ਬਲਜੀਤ ਸਿੰਘ ਦੀ ਰਿਪੋਰਟ। ਨੂੰ ਲੈ ਕੇ ਚੱਲਦੇ ਹਾਂ ਗੁਆਂਢੀ ਸੂਬੇ ਹਰਿਆਣਾ, ਜਿੱਥੇ ਇੱਕ ਵਿਆਹ 'ਚ ਹੰਗਾਮਾ ਖੜਾ ਹੋ ਗਿਆ। ਪਹਿਣੇ ਤਾਂ ਭੰਗੜੇ ਸੀ, ਪਰ ਲਾਹਣਤਾਂ ਪਾਈਆਂ ਜਾਣ ਲੱਗੀਆਂ, ਇੱਕ ਦੂਜੇ ਨੂੰ ਚੰਗੇ ਮਾੜੇ ਸ਼ਬਦ ਕਹੇ ਜਾਣ ਲੱਗੇ। ਚੱਲਦੇ ਵਿਆਹ 'ਚ ਪੈ ਗਿਆ ਗਾ, ਬੈਠੀ ਰਹਿ ਗਈ PhD ਪਾਸ ਲਾੜੀ। ਪਰਿਵਾਰ ਪਾਉਂਦੇ ਰਹੇ ਮਿੰਤਾਂ ਤਰਲੇ, ਪਰ ਨਹੀਂ ਹੋ ਸਕੇ ਫੇਰੇ। ਮੰਡਪ ਸਜਿਆ ਹੈ, ਰਿਸ਼ਤੇਦਾਰ ਮੌਜੂਦ ਨੇ, ਲਾੜਾ ਹੈ, ਲਾੜੀ ਹੈ, ਫੁੱਲਾਂ ਨਾਲ ਸਜੀ ਟੋਲੀ ਵਾਲੀ ਕਾਰ ਵੀ ਹੈ, ਫੇਰੇ ਕਰਵਾਉਣ ਦੇ ਲਈ ਪੰਡਤ ਵੀ ਤਿਆਰ ਹੈ। ਪਰ ਇੱਥੇ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਨਹੀਂ, ਉਦਾਸੀ ਹੈ, ਗੁੱਸਾ ਹੈ। ਇੱਥੇ ਭੰਗੜੇ ਨਹੀਂ, ਇੱਕ ਦੂਜੇ ਨੂੰ ਲਾਂਤਾਂ ਪਾਈਆਂ ਜਾ ਰਹੀਆਂ ਨੇ, ਗਾਲਾਂ ਕੱਢੀਆਂ ਜਾ ਰਹੀਆਂ ਨੇ। ਵਿਦਾਈ ਤੋਂ ਪਹਿਲਾਂ ਹੀ ਲਾੜੀ ਦਾ ਰੋ ਕੇ ਬੁਰਾ ਹਾਲ ਹੈ। ਦੋਵੇਂ ਪਰਿਵਾਰ ਹੁਣ ਥਾਣੇ ਪਹੁੰਚ ਗਏ ਨੇ। ਜੀ ਹਾਂ, ਤਸਵੀਰਾਂ ਗੁਆਂਢੀ ਸੂਬੇ ਹਰਿਆਣਾ ਦੇ ਕਰਨਾਲ ਦੀਆਂ ਨੇ, ਜਿੱਥੇ ਇੱਕ ਵਿਆਹ 'ਚ ਗਾਹ ਪੈ ਗਿਆ। ਗਾਹ ਯਾਨੀ ਕਿ ਹੰਗਾਮਾ ਹੋ ਗਿਆ, ਫੇਰੇ ਰੋਕਣੇ ਪੈ ਗਏ। ਲੜਕੀ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਇਹ ਸਭ ਦਾਜ ਦੀ ਮੰਗ ਕਾਰਨ ਹੋਇਆ। ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀ ਧੀ ਨੂੰ ਪੜ੍ਹਾਇਆ ਲਿਖਾਇਆ, PhD ਕਰਵਾਈ। ਹੁਣ ਉਸ ਦਾ ਵਿਆਹ ਨਸੀਬ ਨਾਮ ਦੇ ਇਸ ਲੜਕੇ ਦੇ ਨਾਲ ਤੈਅ ਕੀਤਾ ਗਿਆ ਸੀ, ਜੋ ਖੇਤੀਬਾੜੀ ਵਿਭਾਗ 'ਚ ਕੰਮ ਕਰਦਾ ਹੈ। ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਵਿਆਹ ਵਾਲੇ ਦਿਨ ਪਹਿਲਾਂ ਲੜਕੇ ਵੱਲੋਂ ਲਗਨ ਸਮੇਂ ਸੋਨੇ ਦੀ ਚੈਨੀ ਨੂੰ ਲੈ ਕੇ ਹੰਗਾਮਾ ਕੀਤਾ ਗਿਆ, ਗਾਲੀ ਗਲੌਚ ਕੀਤੀ ਗਈ। ਬਾਅਦ 'ਚ ਲੜਕੇ ਵਾਲੇ 20 ਲੱਖ ਰੁਪਏ ਅਤੇ ਫੋਰਚੂਨਰ ਗੱਡੀ ਦੀ ਮੰਗ ਕਰਨ ਲੱਗ ਪਏ। ਉਹਨਾਂ ਪਰਿਵਾਰ ਦੇ ਪੈਰ ਤੱਕ ਫੜ ਲਏ, ਪਰ ਵਿਆਹ ਦੇ ਲਈ ਮੁੰਡੇ ਵਾਲੇ ਰਾਜੀ ਨਾ ਹੋਏ। ਨਸੀਬ ਨਾਲ ਆਪਣੀ ਧੀ ਦਾ ਰਿਸ਼ਤਾ जोड़ के उन्हों का तां नसीब ही फुट गया। उन्होंने हमें ये कहा कि आपने पैसे दिए और ना आपने गाड़ी दी जिसकी बात हुई थी। उसके बाद पूरी रात सुबह 4, साढ़े 4, 5 बजे तक मेरे फादर, मेरे ताऊ और मेरा ब्रदर और मेरे एक और ब्रदर हैं, वो तीनों चारों इनके पैर पकड़ते रहे और ये लात मार के उनको, लिटरली लात मार के उनको कहते नहीं मानते, नहीं मानेंगे, फेरे तब होंगे जब आप हमें ये उठा के दोगे। इन्होंने कहा था कि सामान का आप हमें पूरा कैश दे दो। गाड़ी किया इन्होंने हमें बोला था, फॉर्च्यूनर, कोई भी बड़ी गाड़ी आप हमें दे दो। हम एट द मोमेंट नहीं अरेंज कर पाए। ये भी सुना है इन्होंने, हाँ इन्होंने सर वहाँ पे बैठ के ये बोला कि वो 20 लाख और उस फॉर्च्यूनर गाड़ी का क्या हुआ जो आप हमें देने वाले थे। कि भगवान ये तो किसी को बेटी ना दे और बेटी दे तो ऐसा ना हो। मेरी सबसे, मैं कह रहा हूँ दर्शकों से मेरी रिक्वेस्ट है कि इस तरह के नीच के साथ कोई अपनी बेटी ना दे, जैसा मेरे साथ हो गया। मेरी बेटी जब लाल जोड़े मेरे घर आ रही है तो मैं, आप सोच जाओ, मैं बयान नहीं कर सकता। एकदम से इन्होंने क्या डिमांड, मतलब एकदम से क्या बात? इनको ये था कि हमने इनको पहले बोला था जी हम ठीक ठाक शादी करेंगे, वो उस दौरान हम कुछ नहीं कर पाए। देखो बहुत सारी मजबूरियां होती हैं, नहीं आप कई बार जरूर नहीं होता कि आप उस एट ए टाइम कर दो। तो वो लड़की के खाते में कुछ हमने भाई साहब सामान वगैरह सारा खरीद के रखा था। और जब ये भी हमने बता दिया था कि ये भाई सामान भाई हमने कर लिया, तो इनकी ज़्यादा मतलब ये था, ज़्यादा डिमांड कर रहे हैं। गाड़ी बाड़ी की, इतनी बड़ी गाड़ी की हमारी हैसियत नहीं है, सीधी बात है, हमारी हैसियत नहीं है इतनी। उधर दूजे पासे लड़के वालियां दा तां कुछ होर ही कहना है। इन्हां दा कहना है कि सारा विवाद दहेज लैण कारण नहीं, दहेज ना लैण कारण होया। जिस चैनी दी लड़की वाले गल कर रहे ने, असीं तां ओह भी उन्हां नूं वापस कर रहे सी, जिस तो बाद ही यह सारा कलेश खड़ा होया, हंगामा हो गया। जब वो शादी टूट गई कल, तो एकदम से वो बाहर आए, बोले इनको ये चाहिए, इनको वो चाहिए। कुछ नहीं चाहिए था, इवन सोने की चेन भी नहीं चाहिए थी। हाँ वो बोले कि हमारी बेटी लो कर रही है और ये वो, तो सब लो जानती है। तो अभी ऐसे आरोप भी लगे कि आपने अपने भाई के लिए सोने की चेन वगैरह मांगी। ऐसा कुछ नहीं है, मैं बोला था इसको भी रख लो, वो जो चेन वो मुझे दी थी, मैं बोला था इसको रख लो, मुझे नहीं चाहिए। पूरा मामला हुण पुलिस की चौखट ते पहुंच गया है। पुलिस का कहना है कि असीं मामले की पड़ताल कर रहे हैं, दोवें धिरां नूं सुनिया जा रहा है। जो भी तत्थ निकल के सामने आउणगे
ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। एक लड़की की शादी थी यहाँ जी, यूपी के हैं वो जी, आरिफपुर खेड़ी गांव है, यहाँ सेक्टर 12 में शादी थी, बैंकेट हॉल में, और जीन से बारात आई हुई थी। उनके आपस में कोई छोटी मोटी बात को लेकर अनबन हो गई, ये मैटर था। और कोई सर 20 लाख रुपए नगद और एक फॉर्च्यूनर की मांग की गई थी, बताया ये तो अभी तफ्तीश में पता लगेगा आगे। शिकायत क्या दी गई है? शिकायत यही है भाई, उन्होंने फॉर्च्यूनर कार मांगी और 20 लाख रुपए, लेकिन तफ्तीश से पता लगेगा आगे जैसे तथ्य सामने आएंगे। ਤਾਂ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਦੱਸੋ ਫਿਰ ਕੀ ਸਮਝੀਏ, ਕੌਣ ਸੱਚਾ ਕੌਣ ਝੂਠਾ ਹੈ, ਇਸ ਦੀ ਜਾਂਚ ਪੁਲਿਸ ਕਰ ਰਹੀ ਹੈ। ਪਰ ਜੇਕਰ ਵਾਕਈ ਮੁੰਡੇ ਵਾਲਿਆਂ ਵੱਲੋਂ ਦਾਜ ਦੀ ਮੰਗ ਕੀਤੀ ਗਈ, ਜੇਕਰ ਵਾਕਈ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਸੌਦੇਬਾਜ਼ੀ 'ਚ ਤਬਦੀਲ ਕੀਤਾ ਗਿਆ, ਤਾਂ ਇਹ ਬੇਹੱਦ ਸ਼ਰਮਨਾਕ ਹੈ। ਪੀਡੀਸੀ ਨਿਊਜ਼ ਲਈ ਕਰਨਾਲ ਤੋਂ ਨਮਨ ਚੌਧਰੀ ਦੀ ਰਿਪੋਰਟ। ਇਸ ਅਗਲੀ ਖਬਰ 'ਚ ਵੀ ਗੱਲ ਇੱਕ ਵਿਆਹ ਦੀ ਹੀ ਕਰਦੇ ਹਾਂ। ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਪੱਟੀ ਤੋਂ, ਜਿੱਥੇ ਇੱਕ ਵਿਆਹ ਸਮਾਗਮ 'ਚ ਪਹੁੰਚੀਆਂ ਦੋ ਧਿਰਾਂ ਵਿਚਾਲੇ ਤਕਰਾਰ ਹੋ ਗਈ। ਮਾਮਲਾ ਇੰਨਾ ਜ਼ਿਆਦਾ ਵੱਧ ਗਿਆ ਕਿ ਗੋਲੀਆਂ ਤੱਕ ਚਲਾ ਦਿੱਤੀਆਂ ਗਈਆਂ। ਆਖਿਰ ਪੂਰਾ ਮਾਮਲਾ ਕੀ ਹੈ, ਰਿਪੋਰਟ ਵੇਖੋ। ਅਕਸਰ ਹੀ ਵਿਆਹ ਸ਼ਾਦੀਆਂ 'ਚ ਹੁੰਦੇ ਵਿਵਾਦ ਦੀਆਂ ਖਬਰਾਂ ਤੁਹਾਨੂੰ ਕਈ ਵਾਰ ਵੇਖਣ ਨੂੰ ਮਿਲੀਆਂ ਹੋਣਗੀਆਂ। ਕਿਵੇਂ ਜਸ਼ਨ ਦਾ ਮਾਹੌਲ ਮਾਤਮ 'ਚ ਤਬਦੀਲ ਹੋ ਜਾਂਦਾ, ਕਿਵੇਂ ਕਈ ਵਾਰ ਸਭ ਕੁਝ ਧਰਿਆ ਧਰਾਇਆ ਰਹਿ ਜਾਂਦਾ। ਹੁਣ ਜੋ ਖਬਰ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਉਹ ਵੀ ਅਜਿਹੀ ਹੀ ਹੈ। ਗੋਲੀਆਂ ਇੱਥੇ ਵੀ ਚੱਲੀਆਂ, ਜਿਸ ਨੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ, ਸਭ ਦੇ ਹੋਸ਼ ਉਡਾ ਦਿੱਤੇ ਤੇ ਕਈ ਲੋਕਾਂ ਨੂੰ ਪਹੁੰਚਾ ਦਿੱਤਾ ਹਸਪਤਾਲ ਦੇ ਬਿਸਤਰਿਆਂ ਤੇ। ਕਿਸੇ ਦੇ ਸਿਰ 'ਚ ਸੱਟ ਲੱਗੀ ਤੇ ਕਿਸੇ ਦੇ ਮੋਢੇ ਤੇ, ਕੋਈ ਹਸਪਤਾਲ ਦੇ ਬੈੱਡ ਤੇ ਤੜਫ ਰਿਹਾ। ਦਰਅਸਲ ਇਹ ਮਾਮਲਾ, ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਪੱਟੀ ਤੋਂ, ਜਿੱਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਵਿਆਹ ਸਮਾਗਮ 'ਚ ਆਏ ਵਿਅਕਤੀਆਂ ਦੀ ਤਕਰਾਰ ਹੋ ਗਈ। ਤਕਰਾਰ ਇੰਨੀ ਵੱਧ ਗਈ ਕਿ ਫਾਇਰਿੰਗ ਤੱਕ ਨੌਬਤ ਪਹੁੰਚ ਗਈ। ਇਸ ਦੌਰਾਨ ਕਈ ਲੋਕੀ ਫੱਟੜ ਹੋਏ, ਜੋ ਕਿ ਹੁਣ ਹਸਪਤਾਲ ਦੇ ਬਿਸਤਰਿਆਂ ਤੇ ਪਏ ਨੇ। ਮਿਲੀ ਜਾਣਕਾਰੀ ਮੁਤਾਬਕ ਬੀਤੇ ਕੁਝ ਦਿਨ ਪਹਿਲਾਂ ਕਸਬਾ ਖੇਮਕਰਨ ਵਿਖੇ ਆੜਤੀ ਅਤੇ ਟੈਂਡਰ ਮਾਲਕਾਂ 'ਚ ਝੋਨੇ ਦੀ ਲਦਾਈ ਨੂੰ ਲੈ ਕੇ ਵਿਵਾਦ ਹੋ ਗਿਆ ਸੀ, ਜਿਸ ਦੀ ਰੰਜਿਸ਼ ਨੂੰ ਲੈ ਕੇ ਪੱਟੀ 'ਚ ਵਿਆਹ ਸਮਾਗਮ 'ਚ ਆਈਆਂ ਦੋਵੇਂ ਧਿਰਾਂ ਨੇ ਅੰਨ੍ਹੇਵਾਹ ਆਮੋ ਸਾਹਮਣੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਕ੍ਰਿਸ਼ਨ ਕੁਮਾਰ ਅਤੇ ਰਾਜਨ ਬਜਾਜ ਦੇ ਗੋਲੀਆਂ ਲੱਗੀਆਂ। ਦੂਜੀ ਧਿਰ ਦੇ ਵਿਸ਼ਾਲ ਦੇ ਵੀ ਗੋਲੀਆਂ ਲੱਗੀਆਂ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾ ਦਿੱਤਾ ਗਿਆ। ਜ਼ਖਮੀ ਵਿਅਕਤੀ ਵਿਸ਼ਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਦੂਜੀ ਧਿਰ ਦੇ ਨਾਲ ਤਕਰਾਰਬਾਜ਼ੀ ਚੱਲ ਰਹੀ ਸੀ, ਐਸੇ ਕਰਕੇ ਇਹ ਵਿਵਾਦ ਹੋਇਆ। ਵਿਆਹ ਦੇ ਭਾਜੀ ਗਏ ਹਾਂ ਗ੍ਰੈਂਡ ਕਰੋ, ਉੱਥੇ ਭਾਜੀ ਬੰਦੇ ਖਲੋਤੇ, ਇਹਨਾਂ ਨਾਲ ਸਾਡੀ ਪੁਰਾਣਾ ਥੋੜਾ ਬਹੁਤਾ ਚੱਕਰ ਹੈਗਾ ਜੀ। ਵਜ੍ਹਾ ਰੰਜਿਸ਼ ਕੀ ਤੁਹਾਡੀ ਆਪਸ ਵਿੱਚ? ਵਜ੍ਹਾ ਭਾਜੀ ਪਤਾ ਨਹੀਂ ਇਹਨਾਂ ਨੂੰ ਕੀ ਹੁਣ ਸਾਡੇ ਤੋਂ ਲੈਣਾ ਇਹਨਾਂ ਨੇ। ਕਿੰਨੇ ਬੰਦੇ ਜ਼ਖਮੀ ਹੋਏ ਤੁਹਾਡੇ? ਸਾਡੇ 2 ਬੰਦੇ ਜੀ। ਦੂਜੇ ਦਾ ਕੀ ਨਾਮ ਆ? ਦੂਸਰੇ ਦਾ ਰਾਜਾ ਪੱਤੂ। ਉਹ ਕਿੱਥੇ ਆ? ਉਹਨੂੰ ਤਰਨਤਾਰਨ ਰੈਫਰ ਕਰਤਾ। ਸੀਰੀਅਸ ਆ? ਹਾਂਜੀ। ਇਹਨਾਂ ਕੋਲ ਹਥਿਆਰ ਕਿਹੜੇ ਕਿਹੜੇ ਸੀ? ਇਹਨਾਂ ਤੋਂ ਭਾਜੀ ਕਾਫੀ ਜਣੇ ਸੀ ਭਾਜੀ, ਇਹਨਾਂ ਤੋਂ ਪਿਸਟਲ ਸੀ, ਰਿਵਾਲਵਰ ਸੀ। ਮੌਕੇ ਤੇ ਪਹੁੰਚੇ ਸਬ ਡਿਵੀਜ਼ਨ ਪੱਟੀ ਦੇ ਡੀਐਸਪੀ ਨੇ ਦੱਸਿਆ ਕਿ ਇਸ ਸੰਬੰਧੀ ਛਾਣਬੀਨ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਮੁਤਾਬਕ ਕਾਰਵਾਈ ਹੋਵੇਗੀ। ਇਹ ਗ੍ਰੈਂਡ ਕੈਰੋ ਪੈਲੇਸ ਹੈ ਕੈਰੋ ਪਿੰਡ ਦੇ ਵਿੱਚ, ਉੱਥੇ ਗੋਲੀ ਚੱਲੀ। ਕੁਲਦੀਪ ਸਿੰਘ ਆੜਤੀ ਨੇ ਭਿੱਖੀਵਿੰਡ ਦੇ ਰਹਿਣ ਵਾਲੇ, ਉਹਨਾਂ ਦੀ ਲੜਕੀ ਦੀ ਮੈਰਿਜ ਸੀ। ਉੱਥੇ ਮੈਰਿਜ ਦੇ ਵਿੱਚ ਕੋਈ ਆਏ ਸੀ ਬੰਦੇ, ਉਹਨਾਂ ਨੇ ਗੋਲੀਆਂ ਚਲਾਈਆਂ ਨੇ ਤੇ ਉਹਦੇ ਵਿੱਚ ਇੱਕ ਕ੍ਰਿਸ਼ਨ ਲਾਲ ਤੇ ਰਾਜਨ ਬਜਾਜ ਲੜਕਾ ਸੀ, ਉਹ ਪੈਲੇਸ ਤੋਂ ਬਾਹਰ ਆ ਰਹੇ ਸੀ। ਦੂਜੀ ਪਾਰਟੀ ਬਾਹਰੋਂ ਕੋਈ ਹੈਗੇ ਨੇ ਜਿਹੜੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਉਹਨਾਂ ਦੇ ਉੱਤੇ ਉਹਨਾਂ ਦੇ ਲੱਗੀਆਂ ਵੀ ਨੇ, ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ। ਟੋਟਲ ਕਿੰਨੇ ਬੰਦੇ ਜ਼ਖਮੀ ਹੋਏ? 2-3 ਬੰਦੇ ਪਤਾ ਲੱਗ ਰਹੇ ਨੇ ਜ਼ਖਮੀ ਹੋਏ ਨੇ, ਬਾਕੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਫਿਰ ਉਹਦੇ ਮੁਤਾਬਕ ਕੀ ਸਰ ਕਾਰਵਾਈ ਕੀਤੀ? ਅਜੇ ਤਾਂ ਅਸੀਂ ਪੜਤਾਲ ਕਰ ਰਹੇ ਹਾਂ। ਜੇ ਕਿਸੇ ਸਾਡੇ ਸਾਹਮਣੇ ਕਿਸੇ ਨੇ ਬਿਆਨ ਨਹੀਂ ਦਿੱਤਾ, ਕੋਈ ਸਟੇਟਮੈਂਟ ਨਹੀਂ ਆਈ, ਸਟੇਟਮੈਂਟ ਲੈ ਕੇ ਜਿਹੜਾ ਬਿਆਨ ਦੇਣਗੇ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ। ਪੈਲਸ ਦੇ ਅੰਦਰ ਗੋਲੀਆਂ ਚੱਲੀਆਂ? ਨਹੀਂ, ਪੈਲਸ ਦੇ ਗੇਟ ਤੋਂ ਬਾਹਰ ਚੱਲੀਆਂ ਨੇ, ਗੇਟ ਤੋਂ ਬਾਹਰ ਚੱਲੀਆਂ। ਖੈਰ, ਇਹਨਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਤੁਸੀਂ ਹੀ ਦੱਸੋ ਕਿ ਆਖਰ ਕੀ ਸਮਝੀਏ, ਕੀ ਆਖੀਏ ਇਹਨਾਂ ਲੋਕਾਂ ਨੂੰ ਜੋ ਮਾਮੂਲੀ ਜਿਹੇ ਵਿਵਾਦ ਨੂੰ ਲੈ ਕੇ ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਬੈਠਦੇ ਨੇ, ਸ਼ਰੇਆਮ ਗੋਲੀਆਂ ਚਲਾ ਦਿੰਦੇ ਨੇ ਤੇ ਸੂਬੇ ਦੇ ਮਾਹੌਲ ਨੂੰ ਵੀ ਖਰਾਬ ਕਰ ਦਿੰਦੇ ਨੇ। ਤੁਸੀਂ ਹੀ ਦੱਸੋ ਕੀ ਸਮਝੀਏ। ਪੀਟੀਸੀ ਨਿਊਜ਼ ਲਈ ਪੱਟੀ ਤੋਂ ਬਲਜੀਤ ਸਿੰਘ ਦੀ ਰਿਪੋਰਟ।